ਬਹੁਤ ਹੀ ਪਿਆਰੇ ਵਿਦਿਆਰਥੀਓ, ਮੈਂ ਮਨਜੀਤ ਪੁਰੀ, ਲੈਕਚਰਰ ਪੰਜਾਬੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਖਰ, ਸ੍ਰੀ ਮੁਕਤਸਰ ਸਾਹਿਬ। ਪੇਸ਼ ਹੈ ਅੱਜ ਦਾ ਇਹ ਵਿਸ਼ਾ ਲੈ ਕੇ। ਪਿਆਰੇ ਬੱਚਿਓ, ਸਾਡੇ 12ਵੀਂ ਜਮਾਤ ਦੇ ਪੰਜਾਬੀ ਲਾਜ਼ਮੀ ਦੇ ਪਾਠਕ੍ਰਮ ਵਿੱਚ ਇੱਕ ਬੜਾ ਹੀ ਮਹੱਤਵਪੂਰਨ ਵਿਆਕਰਨ ਦਾ ਵਿਸ਼ਾ ਹੈ। ਉਹ ਵਿਸ਼ਾ ਹੈ ਵਾਕ ਵਟਾਂਦਰਾ। ਤੋ ਬੱਚਿਓ, ਆਪਾਂ ਵਾਕ ਵਟਾਂਦਰਾ ਅੱਜ ਜਿਹੜਾ ਹੈਗਾ ਇਸ ਲੈਕਚਰ ਦੇ ਵਿੱਚ ਕਰਨ ਜਾ ਰਹੇ ਹਾਂ। ਵਾਕ ਵਟਾਂਦਰੇ ਵਾਲੇ ਲੈਕਚਰ ਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਗੱਲਬਾਤ ਕਰਾਂਗੇ, ਦੋ ਪਾਰਟਸ ਦੇ ਵਿੱਚ ਗੱਲਬਾਤ ਕਰਾਂਗੇ। ਪਹਿਲੇ ਹਿੱਸੇ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵਾਕ ਕੀ ਹੁੰਦਾ, ਅਤੇ ਵਾਕ ਦਾ ਜਿਹੜਾ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਵਾਕ ਦਾ ਵਰਗੀਕਰਨ ਕਿਵੇਂ ਕੀਤਾ ਜਾਂਦਾ, ਭਾਵ ਵਾਕ ਦੀ ਵੰਡ ਕਿਵੇਂ ਕੀਤੀ ਜਾਂਦੀ ਆ, ਵਾਕ ਕਿੰਨੀ ਕਿਸਮ ਦੇ ਹੁੰਦੇ ਆ, ਵਾਕ ਕਿਹੜੇ ਕਿਹੜੇ ਆਧਾਰਾਂ ਦੇ ਉੱਤੇ ਉਹਨਾਂ ਦੀ ਵੰਡ ਕੀਤੀ ਜਾਂਦੀ ਹੈ। ਇਹ ਸਾਰੀਆਂ ਗੱਲਾਂ ਅਸੀਂ ਸਮਝਾਂਗੇ ਤਾਂ ਕਿ ਸਾਨੂੰ ਵਾਕ ਦੀ ਪਛਾਣ ਕਰਨੀ ਆ ਜਾਵੇ। ਬੱਚਿਓ, ਜਦੋਂ ਸਾਨੂੰ ਵਾਕ ਦੀ ਪਛਾਣ ਕਰਨੀ ਆ ਗਈ ਕਿ ਇਹ ਵਾਕ ਕਿਸ ਕਿਸਮ ਦਾ, ਅਤੇ ਫਿਰ ਸਾਡੇ ਲਈ ਵਾਕ ਵਟਾਂਦਰਾ ਜਿਹੜਾ ਹੈ ਉਹ ਬਹੁਤ ਆਸਾਨ ਹੋ ਜਾਊਗਾ। ਸੋ ਸਾਡੇ ਇਸ ਲੈਕਚਰ ਦੇ ਦੋ ਹਿੱਸੇ ਰਹਿਣਗੇ। ਪਹਿਲੇ ਹਿੱਸੇ ਦੇ ਵਿੱਚ ਅਸੀਂ ਜਾਣਾਂਗੇ ਕਿ ਵਾਕ ਕੀ ਹੁੰਦਾ, ਵਾਕ ਕਿੰਨੀ ਕਿਸਮ ਦੇ ਹੁੰਦੇ ਆ, ਔਰ ਦੂਸਰੇ ਲੈਕਚਰ ਦੇ ਵਿੱਚ ਬੱਚਿਓ ਅਸੀਂ ਇਹ ਜਾਣਾਂਗੇ ਕਿ ਵਾਕ ਵਟਾਂਦਰਾ ਕੀ ਹੁੰਦਾ ਅਤੇ ਵਾਕ ਵਟਾਂਦਰਾ ਕੀਤਾ ਕਿਵੇਂ ਜਾਂਦਾ। ਅਤੇ ਉਸ ਲੈਕਚਰ ਦੇ ਵਿੱਚ ਅਸੀਂ ਵੱਖ-ਵੱਖ ਵਾਕਾਂ ਨੂੰ ਲੈ ਕੇ ਉਹਨਾਂ ਦਾ ਵਟਾਂਦਰਾ ਕਰਾਂਗੇ ਅਤੇ ਦੇਖਾਂਗੇ ਕਿ ਕਿਵੇਂ ਉਹ ਇੱਕੋ ਹੀ ਵਾਕ ਨੂੰ ਅਸੀਂ ਬਿਨਾਂ ਅਰਥ ਬਦਲਿਆਂ ਵੱਖ-ਵੱਖ ਰੂਪਾਂ ਦੇ ਵਿੱਚ ਕਿਵੇਂ ਬਦਲ ਸਕਦੇ ਹਾਂ। ਤੋ ਬੱਚਿਓ, ਅੱਜ ਦਾ ਲੈਕਚਰ ਆਪਾਂ ਸ਼ੁਰੂ ਕਰਦੇ ਹਾਂ ਵਾਕ ਬਾਰੇ। ਤੋ ਸਭ ਤੋਂ ਪਹਿਲੀ ਗੱਲ ਕਿ ਵਾਕ ਦੀ ਪਰਿਭਾਸ਼ਾ ਕੀ ਹੈ। ਅਸੀਂ ਇੱਥੇ ਸਿਰਫ ਦੋ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਲਵਾਂਗੇ, ਜਿਨ੍ਹਾਂ ਦੇ ਆਧਾਰ 'ਤੇ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵਾਕ ਅਸਲ ਵਿੱਚ ਕੀ ਹੁੰਦਾ। ਤੋ ਪਹਿਲੀ ਪਰਿਭਾਸ਼ਾ ਡਾਕਟਰ ਬਲਦੇਵ ਸਿੰਘ ਚੀਮਾ ਹੋਰਾਂ ਦੀ ਲਿਖੀ ਹੋਈ ਕਿਤਾਬ ਦੇ ਵਿੱਚੋਂ ਆ। ਡਾਕਟਰ ਬਲਦੇਵ ਸਿੰਘ ਚੀਮਾ ਇਨ੍ਹੀਂ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸੇਵਾ ਨਿਭਾ ਰਹੇ ਨੇ, ਔਰ ਪੰਜਾਬੀ ਭਾਸ਼ਾ ਅਤੇ ਵਿਆਕਰਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਕੰਮ ਆ। ਉਹ ਲਿਖਦੇ ਨੇ ਕਿ ਵਿਆਕਰਨਿਕ ਅਧਿਐਨ ਦੀ ਸਭ ਤੋਂ ਵੱਡੀ ਇਕਾਈ ਨੂੰ ਵਾਕ ਆਖਿਆ ਜਾਂਦਾ ਹੈ। ਵਾਕ ਆਪਣੀ ਸੰਰਚਨਾਤਮਕ ਬਣਤਰ ਕਰਕੇ ਕਿਸੇ ਦੂਜੀ ਇਕਾਈ ਦੇ ਅਧੀਨ ਨਹੀਂ ਹੁੰਦਾ। ਤੋ ਇਹਦੇ ਵਿੱਚ ਸਮਝਣ ਵਾਲੀ ਸਭ ਤੋਂ ਕੀ ਗੱਲ ਆ ਕਿ ਵਿਆਕਰਨਿਕ ਅਧਿਐਨ, ਸਭ ਤੋਂ ਵੱਡੀ ਇਕਾਈ, ਦੋ ਚੀਜ਼ਾਂ ਨੇ, ਹੈ ਨਾ, ਕਿ ਵਿਆਕਰਨਿਕ ਅਧਿਐਨ ਦੇ ਵਿੱਚ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੈ ਜਿਹੜੀ ਉਹ ਵਾਕ ਹੁੰਦਾ। ਦੂਸਰੀ ਗੱਲ ਬੱਚਿਓ, ਇਸ ਲੈਕਚਰ ਦੇ ਵਿੱਚ ਕੀ ਆ, ਇਸ ਗੱਲ ਦੇ ਵਿੱਚ ਇਸ ਪਰਿਭਾਸ਼ਾ ਦੇ ਵਿੱਚ ਕੀ ਆ ਕਿ ਵਾਕ ਆਪਣੀ ਸੰਰਚਨਾਤਮਕ ਬਣਤਰ ਕਰਕੇ ਕਿਸੇ ਦੂਜੀ ਇਕਾਈ ਦੇ ਅਧੀਨ ਨਹੀਂ ਹੁੰਦਾ। ਦੋ ਹੀ ਗੱਲਾਂ ਮੋਟੀਆਂ ਮੋਟੀਆਂ ਸਮਝ ਲੈਣੀਆਂ ਕਿ ਵਿਆਕਰਨਿਕ ਆਧਾਰ 'ਤੇ ਸਭ ਤੋਂ ਵੱਡੀ ਇਕਾਈ ਆ, ਔਰ ਦੂਸਰੀ ਗੱਲ ਹੈ ਕਿ ਇਹ ਇਕਾਈ ਕਿਸੇ ਦੂਸਰੀ ਇਕਾਈ ਦੇ ਅਧੀਨ ਨਹੀਂ ਹੁੰਦੀ। ਤੋ ਬੱਚਿਓ, ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਕਿ ਭਾਸ਼ਾ ਦੇ ਵਿੱਚ ਵਾਕ ਤੋਂ ਵੱਡਾ ਕੁਝ ਵੀ ਨਹੀਂ ਹੁੰਦਾ ਗਾ। ਕਿਤਾਬਾਂ ਦੀਆਂ ਕਿਤਾਬਾਂ ਸਾਡੇ ਕੋਲੇ ਢੇਰਾਂ ਦੇ ਢੇਰ ਕਿਤਾਬਾਂ ਲਿਖੀਆਂ ਪਈਆਂ ਹੋਈਆਂ ਨੇ, ਅਤੇ ਤੁਸੀਂ ਜਦੋਂ ਵੀ ਕੋਈ ਕਿਤਾਬ ਖੋਲ੍ਹੋਗੇ, ਪੜ੍ਹੋਗੇ, ਤਾਂ ਦੇਖੋਗੇ ਕਿ ਉਹ ਸਾਰੇ ਵਾਕਾਂ ਨੂੰ ਜੋੜ ਜੋੜ ਕੇ ਹੀ ਬਣੀ ਆ। ਬਸ ਇੱਕ ਵਾਕ, ਫਿਰ ਉਸ ਤੋਂ ਬਾਅਦ ਦੂਜਾ ਵਾਕ, ਫਿਰ ਉਸ ਤੋਂ ਬਾਅਦ ਤੀਜਾ ਵਾਕ, ਵਾਕਾਂ ਨੂੰ ਜੋੜ ਜੋੜ ਕੇ ਸਮੁੱਚੀ ਭਾਸ਼ਾ ਜਿਹੜੀ ਹੈ ਉਹ ਹੋਂਦ ਵਿੱਚ ਆ ਜਾਂਦੀ ਹੈ। ਵਾਕ ਤੋਂ ਵੱਡਾ ਕੁਝ ਨਹੀਂ ਹੁੰਦਾ ਗਾ, ਹੈ ਨਾ। ਵਾਕ ਤੋਂ ਵੱਡਾ ਭਾਵੇਂ ਸਾਨੂੰ ਲੱਗਦਾ ਕਿ ਪੈਰਾ ਹੁੰਦਾ, ਪਰ ਉਹ ਵੀ ਇੱਕ ਵਾਕ ਹੀ ਹੁੰਦੇ ਆ ਬਸ। ਵਾਕਾਂ ਤੋਂ ਵੱਡਾ ਭਾਸ਼ਾ ਦੇ ਵਿਆਕਰਨਿਕ ਪੱਖ ਤੋਂ ਵਾਕ ਤੋਂ ਵੱਡੀ ਇਕਾਈ ਕੋਈ ਨਹੀਂ ਹੁੰਦੀ ਗੀ। ਇੱਕ ਹੋਰ ਪਰਿਭਾਸ਼ਾ ਅਸੀਂ ਦੇਖਦੇ ਹਾਂ ਤਾਂ ਕਿ ਸਾਨੂੰ ਚੰਗੀ ਤਰ੍ਹਾਂ ਸਮਝ ਲੱਗ ਜੇ। ਡਾਕਟਰ ਜੋਗਿੰਦਰ ਸਿੰਘ ਪੁਆਰ ਹੋਰਾਂ ਦੀ ਇਹ ਪਰਿਭਾਸ਼ਾ ਹੈ। ਡਾਕਟਰ ਜੋਗਿੰਦਰ ਸਿੰਘ ਪੁਆਰ ਹੋਰੀ ਵੀ ਪੰਜਾਬੀ
ਭਾਸ਼ਾ ਦੇ, ਪੰਜਾਬੀ ਵਿਆਕਰਨ ਦੇ ਵੱਡੇ ਵਿਦਵਾਨ ਮੰਨੇ ਜਾਂਦੇ ਰਹੇ ਆ, ਔਰ ਕਿਸੇ ਵੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਵੀ ਰਹੇ ਆ। ਉਹ ਕਹਿੰਦੇ ਕਿ ਵਾਕ ਸ਼ਬਦਾਂ, ਵਾਕੰਸ਼ਾਂ, ਉਪਵਾਕਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਸ਼ਬਦ, ਵਾਕੰਸ਼, ਉਪਵਾਕ ਕਿਸੇ ਖਾਸ ਤਰਤੀਬ ਵਿੱਚ ਬੱਝੇ ਹੁੰਦੇ ਆ, ਖਾਸ ਤਰਤੀਬ ਵਿੱਚ। ਦੇਖੋ ਇਹਦੇ ਵਿੱਚ ਕੀ ਇੰਪੋਰਟੈਂਟ ਗੱਲ ਆ ਕਿ ਸ਼ਬਦ ਜਾਂ 2-2 4-4 ਸ਼ਬਦਾਂ ਦਾ ਜੁੱਟ, ਜਿਹਨੂੰ ਅਸੀਂ ਵਾਕੰਸ਼ ਕਹਿ ਦਿੰਦੇ ਹਾਂ, ਭਾਵ ਵਾਕਾਂ ਦਾ ਅੰਸ਼। ਉਪਵਾਕ, ਵਾਕ ਦੇ ਹਿੱਸੇ, 2 ਜਾਂ 2 ਤੋਂ ਵੱਧ ਵਾਕ ਕਈ ਵਾਰੀ ਜੁੜੇ ਹੋਏ ਹੁੰਦੇ। ਉਹ ਅੱਗੇ ਜਾ ਕੇ ਸਾਨੂੰ ਕਲੀਅਰ ਹੋਊਗਾ ਜਦੋਂ ਅਸੀਂ ਵਾਕਾਂ ਦੀਆਂ ਕਿਸਮਾਂ ਪੜ੍ਹਾਂਗੇ। ਤਾਂ ਇੱਕ ਖਾਸ ਤਰਤੀਬ ਦੇ ਵਿੱਚ ਬੱਝੇ ਹੁੰਦੇ ਆ ਨਾ। ਪੰਜਾਬੀ ਦੇ ਵਿੱਚ ਵਾਕ ਬਣਤਰ ਦੀ ਇੱਕ ਖਾਸ ਤਰਤੀਬ ਆ, ਸਾਰੀਆਂ ਭਾਸ਼ਾਵਾਂ 'ਚ ਹੀ ਹੁੰਦੀ ਹੈ, ਲੇਕਿਨ ਜਿਹੜੀ ਪੰਜਾਬੀ ਦੀ ਵਾਕ ਬਣਤਰ ਆ ਉਹਦੇ ਵਿੱਚ ਜਿਹੜੇ ਇਹ ਖਾਸ ਪੈਟਰਨ 'ਚ ਬੱਝੇ ਹੋਏ ਹੁੰਦੇ ਆ। ਜੇ ਇਹਨਾਂ ਦਾ ਪੈਟਰਨ ਵਿਗਾੜ ਦਈਏ, ਅੱਗੇ ਪਿੱਛੇ ਕਰ ਦਈਏ, ਤਾਂ ਉਹਦੇ ਅਰਥ ਆ ਜਿਹੜੇ ਉਹ ਗੁੰਮ ਹੋ ਜਾਂਦੇ ਆ। ਤੋ ਵਾਕ ਦੇ ਬਾਰੇ 2 ਪਰਿਭਾਸ਼ਾਵਾਂ ਅਸੀਂ ਪੜ੍ਹ ਲਈਆਂ ਨੇ, ਅਤੇ ਜਿਹਦੇ ਵਿੱਚੋਂ 3-4 ਮੋਟੀਆਂ-ਮੋਟੀਆਂ ਗੱਲਾਂ ਨਿਕਲ ਕੇ ਆਉਂਦੀਆਂ ਕਿ ਵਾਕ ਵਿਆਕਰਨ ਦੀ ਸਭ ਤੋਂ ਵੱਡੀ ਇਕਾਈ ਹੁੰਦਾ, ਇਹ ਕਿਸੇ ਦੂਜੀ ਇਕਾਈ ਦੇ ਅਧੀਨ ਨਹੀਂ ਹੁੰਦਾ, ਅਤੇ ਇਹਦੇ ਵਿੱਚ ਸ਼ਬਦ, ਵਾਕੰਸ਼, ਉਪਵਾਕ ਇੱਕ ਖਾਸ ਤਰਤੀਬ ਦੇ ਵਿੱਚ ਬੱਝੇ ਹੁੰਦੇ ਆ, ਇੱਕ ਖਾਸ ਪੈਟਰਨ ਦੇ ਵਿੱਚ ਬੱਝੇ ਹੁੰਦੇ ਆ। ਇਸ ਜਿਹੜੇ ਸਟਰਕਚਰ ਨੂੰ ਅਸੀਂ ਵਾਕ ਕਹਿੰਦੇ ਹਾਂ, ਸੰਰਚਨਾ ਨੂੰ ਅਸੀਂ ਵਾਕ ਕਹਿੰਦੇ ਹਾਂ। ਅਗਲੀ ਗੱਲ ਸਾਡੇ ਲਈ ਜਿਹੜੀ ਮਹੱਤਵਪੂਰਨ ਆ ਉਹ ਹੈ ਵਾਕ ਵੰਡ, ਕਿ ਵਾਕ ਦੀਆਂ ਕਿਸਮਾਂ ਨੂੰ ਸਮਝਣ ਵਾਸਤੇ ਅਸੀਂ ਵਾਕ ਦੀ ਵੰਡ ਕਿਵੇਂ ਕਰਦੇ ਹਾਂ। ਤਾਂ ਵਾਕ ਦੀ ਵੰਡ ਅਸੀਂ ਬੱਚਿਓ 2 ਆਧਾਰਾਂ 'ਤੇ ਕਰਦੇ ਹਾਂ। ਪਹਿਲੀ ਹੈ ਬਣਤਰ ਦੇ ਆਧਾਰ 'ਤੇ, ਅਤੇ ਦੂਸਰੀ ਹੈ ਕਾਰਜ ਦੇ ਆਧਾਰ 'ਤੇ। ਬਣਤਰ ਦੇ ਆਧਾਰ 'ਤੇ ਅਸੀਂ ਇਹ ਦੇਖਦੇ ਹਾਂ ਕਿ ਵਾਕ ਬਣਿਆ ਕਿਵੇਂ ਆ, ਅਤੇ ਕਾਰਜ ਦੇ ਆਧਾਰ 'ਤੇ ਅਸੀਂ ਇਹ ਦੇਖਦੇ ਹਾਂ ਕਿ ਵਾਕ ਤੋਂ ਕਾਰਜ ਕੀ ਕਰਵਾਇਆ ਜਾਂਦਾ, ਕਿਸ ਕੰਮ ਆਉਂਦਾ ਉਹ ਵਾਕ। ਤਾਂ ਅਸੀਂ ਦੋਵੇਂ ਹੀ ਆਧਾਰਾਂ ਨੂੰ ਅੱਜ ਸਮਝਾਂਗੇ, ਪੜ੍ਹਾਂਗੇ ਇਹਨਾਂ ਬਾਰੇ। ਇਕੱਲੀ ਕਿਸਮ ਬਾਰੇ ਅਸੀਂ ਜਿਹੜੀ ਹੈਗੀ ਜਾਣਨ ਦੀ ਇਸ ਲੈਕਚਰ ਦੇ ਦੌਰਾਨ ਕੋਸ਼ਿਸ਼ ਕਰਾਂਗੇ। ਤਾਂ ਪਹਿਲਾਂ ਅਸੀਂ ਵੰਡ ਕਰਦੇ ਹਾਂ ਬਣਤਰ ਦੇ ਆਧਾਰ 'ਤੇ। ਬਣਤਰ ਦੇ ਆਧਾਰ 'ਤੇ ਵਾਕ ਆ ਜਿਹੜੇ ਉਹ 3 ਤਰ੍ਹਾਂ ਦੇ ਹੁੰਦੇ ਆ: ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਤ ਵਾਕ। ਪਹਿਲੀ ਤਰ੍ਹਾਂ ਦੀ ਵੰਡ ਅਸੀਂ ਕਰਨ ਲੱਗੇ ਹਾਂ ਬਣਤਰ ਦੇ ਆਧਾਰ 'ਤੇ। ਦੂਸਰੀ ਤਰ੍ਹਾਂ ਦੀ ਹੈਗੀ ਹੈ ਕਾਰਜ ਦੇ ਆਧਾਰ 'ਤੇ। ਬਣਤਰ ਦੇ ਆਧਾਰ 'ਤੇ ਵਾਕ 3 ਤਰ੍ਹਾਂ ਦੇ ਹੁੰਦੇ ਆ: ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਤ ਵਾਕ। ਹੁਣ ਅਸੀਂ ਇਹ ਇਕੱਲੇ ਵਾਕ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਕੀ ਹੁੰਦੇ ਆ ਇਹ। ਤਾਂ ਸਭ ਤੋਂ ਪਹਿਲਾਂ ਹੈਗਾ ਸਧਾਰਨ ਵਾਕ। ਸਧਾਰਨ ਵਾਕ ਕੀ ਹੁੰਦਾ ਬੱਚਿਓ, ਕਿ ਜਿਸ ਵਿੱਚ ਇੱਕ ਹੀ ਉਦੇਸ਼ ਅਤੇ ਇੱਕ ਹੀ ਵਿਧੇਯ ਹੋਵੇ। ਇੱਕ ਹੀ ਉਦੇਸ਼ ਅਤੇ ਇੱਕ ਹੀ ਵਿਧੇਯ ਹੋਵੇ। ਉਦੇਸ਼ ਕੀ ਹੁੰਦਾ, ਵਿਧੇਯ ਕੀ ਹੁੰਦਾ, ਇਸੇ ਹੀ ਸਲਾਈਡ ਦੇ ਵਿੱਚ ਆਪਾਂ ਸਮਝਾਂਗੇ ਕਿ ਉਦੇਸ਼ ਉਹ ਚੀਜ਼ ਹੁੰਦੀ ਆ ਵਾਕ ਵਿੱਚ ਜਿਸ ਬਾਰੇ ਗੱਲ ਕੀਤੀ ਜਾਂਦੀ ਆ, ਅਤੇ ਉਸ ਬਾਰੇ ਜੋ ਗੱਲ ਕੀਤੀ ਜਾਂਦੀ ਆ ਉਹ ਵਿਧੇਯ ਹੁੰਦਾ। ਮੈਂ ਇੱਕ ਵਾਰ ਫੇਰ ਦੁਹਰਾਉਣਾ, ਉਦੇਸ਼ ਜਿਸ ਬਾਰੇ ਗੱਲ ਕੀਤੀ ਜਾਵੇ, ਵਿਧੇਯ ਕੀ ਆ ਕਿ ਜੋ ਗੱਲ ਕੀਤੀ ਜਾਵੇ। ਅੱਗੇ ਆਪਾਂ ਉਦਾਹਰਣ ਦੇ ਵਿੱਚ ਚੰਗੀ ਤਰ੍ਹਾਂ ਸਮਝਾਂਗੇ। ਲੇਕਿਨ ਸਧਾਰਨ ਵਾਕ ਦੇ ਵਿੱਚ ਦੂਸਰੀ ਜਿਹੜੀ ਗੱਲ ਕੀ ਹੁੰਦੀ ਆ ਕਿ ਜਿਸ ਨੂੰ ਵੱਖ-ਵੱਖ ਉਪਵਾਕਾਂ ਵਿੱਚ ਨਾ ਵੰਡਿਆ ਜਾ ਸਕੇ। ਸਧਾਰਨ ਵਾਕ ਉਹ ਵਾਕ ਹੁੰਦਾ ਜਿਹਦੇ 'ਚ ਇੱਕ ਉਦੇਸ਼ ਹੁੰਦਾ, ਇੱਕ ਵਿਧੇਯ ਹੁੰਦਾ, ਜਿਸ ਨੂੰ ਹੋਰ ਉਪਵਾਕਾਂ 'ਚ ਨਹੀਂ ਵੰਡਿਆ ਜਾ ਸਕਦਾ। ਤੀਸਰੀ ਗੱਲ ਸਧਾਰਨ ਵਾਕ 'ਚ ਕੀ ਹੁੰਦੀ ਹੈ ਕਿ ਜਿਸ ਵਿੱਚ ਇੱਕ ਹੀ ਕਿਰਿਆ ਹੁੰਦੀ ਆ, 2 ਕਿਰਿਆਵਾਂ ਨਹੀਂ ਹੋ ਸਕਦੀਆਂ ਇਹਦੇ 'ਚ, 2 ਜਾਂ 3। ਕਿਵੇਂ, ਦੇਖੋ ਆਪਾਂ ਅੱਗੇ ਸਮਝਦੇ ਹਾਂ। ਰਾਜਿੰਦਰ ਕਿਤਾਬ ਪੜ੍ਹ ਰਹੀ ਹੈ। ਪਹਿਲਾਂ ਤਾਂ ਆਪਾਂ ਪਹਿਲੀ ਗੱਲ ਸਮਝਦੇ ਹਾਂ ਕਿ ਜਿਸ ਵਿੱਚ ਇੱਕ ਹੀ ਉਦੇਸ਼ ਅਤੇ ਇੱਕ ਹੀ ਵਿਧੇਯ ਹੁੰਦਾ ਹੈ। ਰਾਜਿੰਦਰ, ਮੈਂ ਕਿਹਾ ਸੀ ਕਿ ਉਦੇਸ਼ ਕੀ ਹੁੰਦਾ, ਜਿਸ ਬਾਰੇ ਗੱਲ ਕੀਤੀ ਜਾਵੇ। ਕਿਸ ਬਾਰੇ ਗੱਲ ਹੋ ਰਹੀ ਆ, ਰਾਜਿੰਦਰ ਬਾਰੇ। ਇਸ ਕਰਕੇ ਰਾਜਿੰਦਰ ਕੀ ਹੋ ਗਈ, ਉਦੇਸ਼। ਗੱਲ ਕੀ ਹੋ ਰਹੀ ਹੈ, ਰਾਜਿੰਦਰ ਬਾਰੇ ਗੱਲ ਕੀ ਹੋ ਰਹੀ ਹੈ ਕਿ ਉਹ ਕਿਤਾਬ ਪੜ੍ਹ ਰਹੀ ਹੈ। ਇਸ ਕਰਕੇ ਆ ਉਦੇਸ਼ ਅਤੇ ਆ
ਵਧੇ। ਮੋਟੀ ਜੀ ਗੱਲ। ਇੱਕ ਉਦਾਹਰਣ ਅਸੀਂ ਦੂਸਰੀ ਗੱਲ ਕਿ ਜਿਸ ਨੂੰ ਵੱਖ-ਵੱਖ ਉਪਵਾਕਾਂ 'ਚ ਨਾ ਵੰਡਿਆ ਜਾ ਸਕੇ। ਦੇਖੋ ਰਜਿੰਦਰ ਕਿਤਾਬ ਪੜ੍ਹ ਰਹੀ ਹੈ, ਇਸ ਵਾਕ ਨੂੰ ਅਸੀਂ ਹੋਰ ਛੋਟਾ ਨਹੀਂ ਕਰ ਸਕਦੇ। ਜੇ ਅਸੀਂ ਇਹਨੂੰ ਹੋਰ ਛੋਟਾ ਕਰਨ ਦੀ ਕੋਸ਼ਿਸ਼ ਕਰਾਂਗੇ ਜਾਂ ਕੁਛ ਕਰਾਂਗੇ ਤਾਂ ਇਸ ਵਾਕ ਦੇ ਅਰਥ ਵਿਗੜ ਜਾਣਗੇ। ਇਦੋਂ ਛੋਟਾ ਨਹੀਂ ਹੋ ਸਕਦਾ ਇਹ ਵਾਕ। ਇੱਕ ਉਦਾਹਰਣ ਅਸੀਂ ਹੋਰ ਦੇਖਦੇ ਹਾਂ ਕਿ ਉਹ ਬਹੁਤ ਸਿਆਣਾ ਆਦਮੀ ਹੈ। ਪਹਿਲੀ ਗੱਲ ਫਿਰ ਕਿ ਜਿਸ ਵਿੱਚ ਇੱਕ ਹੀ ਉਦੇਸ਼ ਅਤੇ ਇੱਕ ਹੀ ਵਿਧੇਯ ਹੋਵੇ। ਉਦੇਸ਼ ਕੀ ਹੈ? ਜਿਸ ਬਾਰੇ ਗੱਲ ਹੋ ਰਹੀ ਹੈ। ਕਿਸ ਬਾਰੇ ਗੱਲ ਹੋ ਰਹੀ ਆ? ਉਹ, ਇਹ ਉਦੇਸ਼ ਆ। ਉਹਦੇ ਬਾਰੇ ਗੱਲ ਕੀ ਹੋ ਰਹੀ ਹੈ? ਬਹੁਤ ਸਿਆਣਾ ਹੈ, ਇਹ ਵਿਧੇਯ ਹੋ ਗਿਆ। ਜਿਸ ਨੂੰ ਉਪਵਾਕਾਂ 'ਚ ਨਾ ਵੰਡਿਆ ਜਾ ਸਕੇ, ਇਹ ਛੋਟਾ ਵੀ ਨਹੀਂ ਹੋ ਸਕਦਾ। ਜਿਸ ਵਿੱਚ ਇੱਕ ਹੀ ਕਿਰਿਆ ਹੋਵੇ। ਦੇਖੋ ਦੋਨੋਂ ਵਾਕਾਂ 'ਚ ਇੱਕ ਹੀ ਕਿਰਿਆ, ਪੜ੍ਹ ਰਹੀ ਹੈ ਆਦਮੀ ਹੈ। ਦੇਖੋ ਇੱਕ ਇੱਕ ਕਿਰਿਆ ਹੀ ਹੈ, ਪੜ੍ਹ ਰਹੀ ਹੈ। ਦੋਨੋਂ ਵਾਕਾਂ ਦੇ ਵਿੱਚ ਇੱਕ ਹੀ ਕਿਰਿਆ, ਇਹਨਾਂ ਨੂੰ ਛੋਟੇ ਵੀ ਨਹੀਂ ਕੀਤਾ ਜਾ ਸਕਦਾ। ਇਹਨਾਂ ਵਿੱਚ ਇੱਕ ਹੀ ਉਦੇਸ਼ ਆ, ਇਹਦੇ 'ਚ ਰਜਿੰਦਰ ਸੀ, ਇਹਦੇ 'ਚ ਉਹ ਆ, ਅਤੇ ਇੱਕ ਹੀ ਵਿਧੇਯ ਆ। ਇਹਦੇ 'ਚ ਵਿਧੇਯ ਕੀ ਹੈ? ਕਿਤਾਬ ਪੜ੍ਹ ਰਹੀ ਹੈ, ਇਹਦੇ ਵਿੱਚ ਬਹੁਤ ਸਿਆਣਾ ਆਦਮੀ ਹੈ। ਤਾਂ ਇਸ ਵਾਕ ਨੂੰ ਅਸੀਂ ਕੀ ਕਹਾਂਗੇ? ਸਧਾਰਨ ਵਾਕ। ਜੇ ਤੁਹਾਨੂੰ ਬੱਚਿਓ ਇਹ ਗੱਲ ਚੰਗੀ ਤਰ੍ਹਾਂ ਸਮਝ ਲੱਗ ਗਈ, ਸਧਾਰਨ ਵਾਕ ਸਮਝ ਲੱਗ ਗਿਆ, ਤਾਂ ਇਸੇ ਦੇ ਆਧਾਰ 'ਤੇ ਹੀ ਅਗਲੇ ਦੋਨੋਂ ਵਾਕ ਬਣਨੇ ਆ। ਦੇਖੋ ਕਿਵੇਂ ਬਣਨੇ ਆ। ਦੂਸਰਾ ਵਾਕ ਹੈਗਾ ਸਾਡਾ ਸੰਯੁਕਤ ਵਾਕ। ਸੰਯੁਕਤ ਵਾਕ ਕੀ ਹੁੰਦਾ ਕਿ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਸਧਾਰਨ ਵਾਕਾਂ ਨੂੰ ਯੋਜਕ ਦੀ ਸਹਾਇਤਾ ਨਾਲ ਜੋੜਿਆ ਜਾਵੇ। ਮੈਂ ਤੁਹਾਨੂੰ ਕਿਹਾ ਸੀ ਕਿ ਜੇ ਤੁਹਾਨੂੰ ਸਧਾਰਨ ਵਾਕ ਸਮਝ ਲੱਗ ਗਿਆ ਤਾਂ ਫਿਰ ਸੰਯੁਕਤ ਵਾਕ ਸਮਝਣਾ ਜਾਂ ਮਿਸ਼ਰਤ ਵਾਕ ਸਮਝਣਾ ਸੌਖਾ ਹੋ ਜਾਊਗਾ। ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਸਧਾਰਨ ਵਾਕਾਂ ਨੂੰ ਯੋਜਕ ਦੀ ਸਹਾਇਤਾ ਨਾਲ ਜੋੜਿਆ ਜਾਵੇ। ਪਹਿਲੀ ਗੱਲ। ਦੂਸਰੀ ਗੱਲ ਕਿ ਇਸ ਵਿੱਚ ਜੁੜੇ ਹੋਏ ਵਾਕ, ਦੇਖੋ ਦੋ ਜਾਂ ਦੋ ਤੋਂ ਵੱਧ ਸਧਾਰਨ ਵਾਕਾਂ ਨੂੰ ਯੋਜਕ ਦੀ ਸਹਾਇਤਾ ਨਾਲ ਜੋੜਿਆ ਜਾਂਦਾ, ਪਰ ਇਹਦੇ 'ਚ ਜੁੜੇ ਹੋਏ ਵਾਕ ਸੁਤੰਤਰ ਰੂਪ ਵਿੱਚ ਵੀ ਵਿਚਰਨ ਦੀ ਸਮਰੱਥਾ ਰੱਖਦੇ ਆ। ਆਪਾਂ ਇੱਕ ਉਦਾਹਰਣ ਲੈ ਕੇ ਸਮਝਦੇ ਹਾਂ, ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਊ। ਖੁਸ਼ਬੂ ਕਵਿਤਾ ਲਿਖਦੀ ਰਹੀ ਅਤੇ ਮੈਂ ਬੋਲਦੀ ਰਹੀ। ਦੋ ਜਾਂ ਦੋ ਤੋਂ ਵੱਧ ਵਾਕ, ਦੋ ਵਾਕ ਆ ਇਹਦੇ ਵਿੱਚ। ਖੁਸ਼ਬੂ ਕਵਿਤਾ ਲਿਖਦੀ ਰਹੀ, ਮੈਂ ਬੋਲਦੀ ਰਹੀ। ਖੁਸ਼ਬੂ ਕਵਿਤਾ ਲਿਖਦੀ ਰਹੀ, ਮੈਂ ਬੋਲਦੀ ਰਹੀ। ਦੋ ਵਾਕ ਆ। ਜੋੜਿਆ ਕਾਹਦੇ ਨਾਲ ਆ? ਆਹ ਜਿਹੜਾ ਵਿਚਾਲੇ ਅਤੇ ਲੱਗਿਆ ਹੋਇਆ, ਇਹ ਹੈ ਯੋਜਕ। ਯੋਜਕ ਦੀ ਸਹਾਇਤਾ ਨਾਲ, ਆ ਅਤੇ ਦੀ ਸਹਾਇਤਾ ਨਾਲ ਅਸੀਂ ਆ ਅਤੇ ਆ ਦੋ ਸਧਾਰਨ ਵਾਕ ਜੋੜਤੇ। ਦੋਨੋਂ ਸਧਾਰਨ ਵਾਕ। ਖੁਸ਼ਬੂ ਕਵਿਤਾ ਲਿਖਦੀ ਰਹੀ, ਮੈਂ ਬੋਲਦੀ ਰਹੀ। ਦੇਖੋ ਇਹਨਾਂ 'ਚ ਇੱਕ ਉਦੇਸ਼ ਆ, ਇੱਕੋ ਹੀ ਵਿਧੇਯ ਆ ਦੋਵਾਂ ਵਾਕਾਂ 'ਚ, ਅਲੱਗ-ਅਲੱਗ ਦੋਨਾਂ ਵਾਕਾਂ 'ਚ। ਜਦੋਂ ਅਸੀਂ ਇਹ ਦੋ ਵਾਕ ਜੋੜਤੇ ਇਸ ਯੋਜਕ ਦੀ ਸਹਾਇਤਾ ਨਾਲ ਤਾਂ ਫਿਰ ਇਹ ਬਣ ਗਏ ਸੰਯੁਕਤ ਵਾਕ ਬਣ ਗਿਆ। ਦੇਖੋ ਇਹਦੇ 'ਚ ਫਿਰ ਹੁਣ ਸਾਰਾ ਕੁਝ ਵੱਧ ਗਿਆ ਪਿਛਲੇ ਵਾਕ ਨਾਲੋਂ। ਹੁਣ ਇਹਦੇ 'ਚ ਹੁਣ ਜਿਹੜੇ ਉਦੇਸ਼ ਵੀ ਦੋ ਹੋ ਗਏ, ਖੁਸ਼ਬੂ ਅਤੇ ਮੈਂ। ਇਹਦੇ 'ਚ ਜਿਹੜਾ ਹੈਗਾ ਮਤਲਬ ਕਿਰਿਆਵਾਂ ਵੀ ਦੋ ਹੋ ਗਈਆਂ, ਇੱਕ ਬੋਲਦੀ ਹੈ, ਇੱਕ ਲਿਖਦੀ ਹੈ, ਹੈ ਨਾ। ਇਸ ਕਰਕੇ ਉਹ ਪਹਿਲਾਂ ਵਾਲੀ ਪਰਿਭਾਸ਼ਾ ਨਾਲੋਂ ਇਸ ਚੀਜ਼ ਦਾ ਫਰਕ ਪੈ ਗਿਆ, ਹੈ ਨਾ। ਆਪਾਂ ਇੱਕ ਉਦਾਹਰਣ ਹੋਰ ਵੀ ਦੇਖ ਲੈਂਦੇ ਹਾਂ ਬੱਚਿਓ, ਤਾਂ ਕਿ ਸਾਨੂੰ ਜਿਹੜਾ ਹੈਗਾ ਇਹ ਚੰਗੀ ਤਰ੍ਹਾਂ ਸਮਝ ਲੱਗ ਜਾਵੇ। ਅਗਲੀ ਉਦਾਹਰਣ ਹੈ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ। ਦੇਖੋ ਵਾਕ ਸਾਡੇ ਕੋਲੇ ਦੋ ਆ, ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ। ਦੋ ਵਾਕ। ਯੋਜਕ ਕੀ ਲਾਤਾ ਵਿਚਾਲੇ? ਜਾਂ। ਯੋਜਕ ਲਾ ਕੇ ਅਸੀਂ ਦੋ ਸਧਾਰਨ ਵਾਕ ਆਪਸ ਵਿੱਚ ਜੋੜਤੇ ਤਾਂ ਇਹ ਕਿਹੜਾ ਵਾਕ ਬਣ ਗਿਆ? ਸੰਯੁਕਤ ਵਾਕ। ਦੂਸਰੀ ਸ਼ਰਤ ਕੀ ਸੀ ਇਹਨਾਂ ਦੋਨਾਂ ਵਾਕਾਂ ਦੇ ਵਿੱਚ ਕਿ ਇਸ ਵਿੱਚ ਜੁੜੇ ਹੋਏ ਵਾਕ ਸੁਤੰਤਰ ਰੂਪ ਵਿੱਚ ਵਿਚਰਨ ਦੀ ਸਮਰੱਥਾ ਵੀ ਰੱਖਦੇ ਆ। ਸੁਤੰਤਰ ਰੂਪ ਵਿੱਚ ਵਿਚਰਨ ਦੀ ਸਮਰੱਥਾ ਤੋਂ ਭਾਵ ਕੀ ਹੈ ਬੱਚਿਓ ਕਿ ਜਦੋਂ ਅਸੀਂ ਇਹਨਾਂ ਵਾਕਾਂ ਨੂੰ ਅਲੱਗ-ਅਲੱਗ ਪੜ੍ਹਾਂਗੇ, ਜਿਵੇਂ ਦੇਖੋ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ, ਇਹਨਾਂ ਦੋਨਾਂ ਵਾਕਾਂ ਨੂੰ ਅਸੀਂ ਅਲੱਗ-ਅਲੱਗ ਵੀ ਪੜ੍ਹ ਸਕਦੇ ਹਾਂ। ਖੁਸ਼ਬੂ ਕਵਿਤਾ ਲਿਖਦੀ ਰਹੀ, ਮੈਂ ਬੋਲਦੀ ਰਹੀ। ਇਹ ਦੋਨੋਂ ਵਾਕ ਅਲੱਗ-ਅਲੱਗ ਵਿਚਰਨ ਦੀ ਸਮਰੱਥਾ ਵੀ ਰੱਖਦੇ ਆ। ਇਹਨਾਂ ਨੂੰ ਅਸੀਂ ਅਤੇ ਪਾਸੇ ਕਰਕੇ ਦੋ ਸਧਾਰਨ ਵਾਕ ਵੱਖਰੇ ਵੱਖਰੇ ਬਣਾ ਸਕਦੇ ਹਾਂ।
ਖੁਸ਼ਬੂ ਕਵਿਤਾ ਲਿਖਦੀ ਰਹੀ, ਡੰਡੀ ਪਾ ਕੇ ਮੈਂ ਬੋਲਦੀ ਰਹੀ, ਫਿਰ ਡੰਡੀ। ਦੋ ਅਲੱਗ-ਅਲੱਗ ਵਾਕ ਹੋ ਗਏ, ਦੋਨੋਂ ਸਧਾਰਨ ਵਾਕ ਹੋ ਗਏ। ਪਰ ਜਦੋਂ ਅਸੀਂ ਇਹਨਾਂ ਦੋਨਾਂ ਨੂੰ ਜੋੜਤਾ ਫਿਰ ਸੰਯੁਕਤ ਵਾਕ ਹੋ ਗਏ। ਇਹਦਾ ਮਤਲਬ ਇਹ ਸੁਤੰਤਰ ਰੂਪ ਵਿੱਚ ਵੀ ਲਿਖੇ ਜਾ ਸਕਦੇ ਆ, ਸਮਰੱਥ ਹੈਗੇ ਇਸ ਗੱਲ ਦੇ, ਅਤੇ ਇਕੱਠੇ ਕਰ ਦਈਏ ਤਾਂ ਸੰਯੁਕਤ ਵਾਕ ਬਣ ਜਾਂਦਾ। ਇਵੇਂ ਹੀ ਵਾਹ ਪਿਆ ਜਾਣੀਏ, ਰਾਹ ਪਿਆ ਜਾਣੀਏ, ਦੋ ਵੱਖਰੇ ਵੱਖਰੇ ਵਾਕ ਨੇ ਅਤੇ ਇਹਨਾਂ ਨੂੰ ਅਸੀਂ ਯੋਜਕ ਦੀ ਸਹਾਇਤਾ ਨਾਲ ਜੋੜਤਾ। ਇਹ ਵੱਖਰੇ ਵੀ ਲਿਖੇ ਜਾ ਸਕਦੇ ਆ, ਵੱਖਰੇ ਰੂਪ ਵਿੱਚ ਵੀ ਵਿਚਰਨ ਦੀ ਸਮਰੱਥਾ ਰੱਖਦੇ ਆ, ਇਸ ਕਰਕੇ ਇਹ ਸੰਯੁਕਤ ਵਾਕ ਆ। ਤੀਸਰੀ ਤਰ੍ਹਾਂ ਦੇ ਵਾਕ ਮਿਸ਼ਰਤ ਵਾਕ। ਮਿਸ਼ਰਤ ਵਾਕ, ਇਸ ਵਾਕ ਵਿੱਚ ਵੀ ਦੋ ਜਾਂ ਦੋ ਤੋਂ ਵੱਧ ਵਾਕ ਆਪਸ ਵਿੱਚ ਯੋਜਕ ਦੀ ਸਹਾਇਤਾ ਨਾਲ ਜੋੜੇ ਜਾਂਦੇ ਆ। ਦੋ ਜਾਂ ਦੋ ਤੋਂ ਵੱਧ ਵਾਕ ਆਪਸ ਵਿੱਚ ਯੋਜਕ ਦੀ ਸਹਾਇਤਾ ਨਾਲ ਜੋੜੇ ਜਾਂਦੇ ਆ, ਪਰ ਫਰਕ ਕੀ ਆ? ਸੰਯੁਕਤ ਵਾਕ ਦੇ ਵਿੱਚ ਵੀ ਦੋ ਜਾਂ ਦੋ ਤੋਂ ਵੱਧ ਵਾਕ ਯੋਜਕ ਦੀ ਸਹਾਇਤਾ ਨਾਲ ਜੋੜੇ ਜਾਂਦੇ ਆ, ਮਿਸ਼ਰਤ ਵਾਕ ਵਿੱਚ ਵੀ ਦੋ ਜਾਂ ਦੋ ਤੋਂ ਵੱਧ ਵਾਕ ਆਪਸ ਵਿੱਚ ਯੋਜਕ ਦੀ ਸਹਾਇਤਾ ਨਾਲ ਜੋੜੇ ਜਾਂਦੇ ਆ, ਪਰ ਆਪਸ ਵਿੱਚ ਜੁੜੇ ਹੋਏ ਸਾਰੇ ਵਾਕ ਸੁਤੰਤਰ ਰੂਪ ਵਿੱਚ ਵਿਚਰਨ ਦੀ ਸਮਰੱਥਾ ਨਹੀਂ ਰੱਖਦੇ। ਜਿਵੇਂ ਪਹਿਲੇ ਦੇ ਵਿੱਚ ਅਲੱਗ-ਅਲੱਗ ਰੱਖਦੇ ਸੀ, ਇਹਦੇ ਵਿੱਚ ਸੁਤੰਤਰ ਰੂਪ ਵਿੱਚ ਵਿਚਰਨ ਦੀ ਸਮਰੱਥਾ ਨਹੀਂ ਰੱਖਦੇ ਹਨ। ਤੀਸਰੀ ਗੱਲ ਕਿ ਇਹਨਾਂ ਵਿੱਚੋਂ ਇੱਕ ਮੁੱਖ ਉਪਵਾਕ ਹੁੰਦਾ ਹੈ ਅਤੇ ਦੂਜਾ ਉਹਦੇ ਅਧੀਨ ਉਪਵਾਕ ਹੁੰਦਾ ਹੈ। ਪਹਿਲੇ ਦੀ ਹੋਂਦ ਮੁੱਖ ਉਪਵਾਕ ਆ ਜਿਹੜਾ, ਉਹਦੇ ਤੋਂ ਬਿਨਾਂ ਉਹਦੇ ਅਧੀਨ ਇੱਕ ਉਪਵਾਕ ਹੋਰ ਹੁੰਦਾ ਜਿਹਦੀ ਆਪਣੀ ਵੱਖਰੀ ਕੋਈ ਹੋਂਦ ਨਹੀਂ ਹੁੰਦੀ ਗੀ, ਵੱਖਰਾ ਕੋਈ ਅਰਥ ਨਹੀਂ ਹੁੰਦਾ ਇਕੱਲੇ ਦਾ। ਜਿਵੇਂ ਆਪਾਂ ਦੇਖਦੇ ਹਾਂ ਕਿ ਉਸਨੇ ਕਿਹਾ, ਇਹਦੇ ਵਿੱਚ ਦੋ ਵਾਕ ਆ। ਉਸਨੇ ਕਿਹਾ ਅੱਜ ਤੋਂ ਸਾਡੇ ਸਕੂਲ ਵਿੱਚ ਵਿਗਿਆਨ ਮੇਲਾ ਸ਼ੁਰੂ ਹੋ ਰਿਹਾ ਹੈ। ਦੋ ਵਾਕ ਨੇ। ਉਸਨੇ ਕਿਹਾ ਅੱਜ ਤੋਂ ਸਾਡੇ ਸਕੂਲ ਵਿੱਚ ਵਿਗਿਆਨ ਮੇਲਾ ਸ਼ੁਰੂ ਹੋ ਰਿਹਾ। ਯੋਜਕ ਕੀ ਆ? ਕਿ, ਇਹ ਯੋਜਕ ਆ। ਕਿ ਕੀ ਆ? ਯੋਜਕ। ਹੁਣ ਦੇਖੋ ਕਿ ਇਹਦੇ ਵਿੱਚ, ਇਸ ਵਾਕ ਦੇ ਵਿੱਚ ਦੋਨੋਂ ਵਾਕ ਸੁਤੰਤਰ ਰੂਪ ਵਿੱਚ ਨਹੀਂ ਵਿਚਰ ਸਕਦੇ। ਅੱਜ ਤੋਂ ਸਾਡੇ ਸਕੂਲ ਵਿੱਚ ਵਿਗਿਆਨ ਮੇਲਾ ਸ਼ੁਰੂ ਹੋ ਰਿਹਾ, ਇਹ ਵਾਕ ਸੁਤੰਤਰ ਰੂਪ ਵਿੱਚ ਲਿਖਿਆ ਜਾ ਸਕਦਾ, ਇਸ ਕਰਕੇ ਇਹ ਮੁੱਖ ਉਪਵਾਕ ਆ। ਪਰ ਉਸਨੇ ਕਿਹਾ ਇਕੱਲੇ ਦਾ ਕੋਈ ਮਤਲਬ ਨਹੀਂ ਗਾ, ਇਹ ਐਸ ਵਾਕ ਦੇ ਅਧੀਨ ਆ ਕੇ ਹੀ ਕੋਈ ਅਰਥ ਦੇ ਸਕਦਾ, ਇਸ ਕਰਕੇ ਇਹ ਅਧੀਨ ਉਪਵਾਕ ਆ। ਜਦੋਂ ਇੱਕ ਮੁੱਖ ਵਾਕ ਉਪਵਾਕ ਹੋਵੇ ਅਤੇ ਦੂਜਾ ਉਹਦੇ ਅਧੀਨ ਹੋਵੇ ਤਾਂ ਜਿਹੜਾ ਹੈਗਾ ਉਸ ਵਾਕ ਨੂੰ ਅਸੀਂ ਮਿਸ਼ਰਤ ਵਾਕ ਕਹਿੰਦੇ ਹਾਂ। ਭਾਵ ਕਿ ਇੱਕ ਦੂਜੇ ਤੋਂ ਬਿਨਾਂ ਵਾਕ ਆ ਜਿਹੜੇ ਉਹ ਅਧੂਰੇ ਹੋ ਜਾਂਦੇ ਹਨ। ਜਿਵੇਂ ਇੱਕ ਹੋਰ ਉਦਾਹਰਣ ਲੈਂਦੇ ਅਸੀਂ, ਜਿਹੜੇ ਬੱਚੇ ਸਮਝਦਾਰ ਹੁੰਦੇ ਹਨ ਉਹ ਆਪਣੇ ਮਾਪਿਆਂ ਦਾ ਕਿਹਾ ਮੰਨਦੇ ਹਨ। ਹੁਣ ਜਿਹੜੇ ਬੱਚੇ ਸਮਝਦਾਰ ਹੁੰਦੇ ਹਨ, ਕਿਹੜੇ ਬੱਚੇ ਵੀ ਕੰਪਲੀਟ ਨਹੀਂ, ਉਹ ਆਪਣੇ ਮਾਪਿਆਂ ਦਾ ਕਿਹਾ ਮੰਨਦੇ ਹਨ। ਇਸ ਨੂੰ ਅਸੀਂ ਸੁਤੰਤਰ ਰੂਪ ਵਿੱਚ ਲਿਖ ਸਕਦੇ ਹਾਂ, ਇਹਨੂੰ ਨਹੀਂ ਲਿਖ ਸਕਦੇ। ਤਾਂ ਦੋਵੇਂ ਜਦੋਂ ਜੁੜ ਗਏ ਆਪਸ ਵਿੱਚ ਦੀ ਤਾਂ ਇਹ ਮਿਸ਼ਰਤ ਵਾਕ ਬਣ ਗਿਆ। ਤਾਂ ਇਹ ਪਹਿਲੀ ਤਰ੍ਹਾਂ ਦੀ ਵੰਡ ਸੀ ਬੱਚਿਓ, ਜਿਹੜੀ ਸੀ ਬਣਤਰ ਦੇ ਆਧਾਰ 'ਤੇ, ਕਿ ਬਣਤਰ ਦੇ ਆਧਾਰ 'ਤੇ ਜਿਹੜੇ ਵਾਕ ਆ ਉਹ ਤਿੰਨ ਤਰ੍ਹਾਂ ਦੇ ਹੁੰਦੇ ਆ: ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਤ ਵਾਕ। ਅੱਗੇ ਅਸੀਂ ਗੱਲ ਕਰਦੇ ਹਾਂ ਕਾਰਜ ਦੇ ਆਧਾਰ 'ਤੇ। ਕਾਰਜ ਦੇ ਆਧਾਰ 'ਤੇ ਸਾਡੇ ਕੋਲ ਵਾਕ ਆ ਜਿਹੜੇ ਉਹ, ਪਹਿਲਾ ਸਭ ਤੋਂ ਵਾਕ ਹੁੰਦਾ ਬਿਆਨੀਆਂ ਵਾਕ। ਇਹ ਅੱਗੇ ਫਿਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ, ਇਹਨੂੰ ਹਾਂ ਵਾਚਕ ਅਤੇ ਨਾ ਵਾਚਕ। ਅੱਗੇ ਚੱਲ ਕੇ ਆਪਾਂ ਇਹਨਾਂ ਬਾਰੇ ਵਿਸਥਾਰ ਸਹਿਤ ਗੱਲ ਕਰਦੇ ਹਾਂ। ਇਸੇ ਤਰ੍ਹਾਂ ਸਾਡੇ ਕੋਲ ਅਗਲਾ ਵਾਕ ਆ ਜਿਹੜਾ ਉਹ ਪ੍ਰਸ਼ਨਵਾਚਕ ਹੁੰਦਾ। ਤੀਸਰੀ ਕਿਸਮ ਦਾ ਵਾਕ ਵਿਸਮੈਵਾਚਕ ਹੁੰਦਾ। ਚੌਥੀ ਕਿਸਮ ਦਾ ਵਾਕ ਆਗਿਆਵਾਚਕ ਹੁੰਦਾ ਅਤੇ ਪੰਜਵੀਂ ਕਿਸਮ ਦਾ ਵਾਕ ਇੱਛਾਵਾਚਕ ਹੁੰਦਾ। ਇਹਨੂੰ ਅਸੀਂ ਕਾਰਜ ਦੇ ਆਧਾਰ 'ਤੇ ਕੀਤੀ ਗਈ ਵੰਡ ਆਖਦੇ ਹਾਂ। ਹੁਣ ਅਸੀਂ ਇਹਨਾਂ ਇਕੱਲੇ ਇਕੱਲੇ ਵਾਕਾਂ ਬਾਰੇ ਬੱਚਿਓ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕੀ ਹੁੰਦੇ ਆ। ਸਭ ਤੋਂ ਪਹਿਲਾਂ ਹੈਗਾ ਬਿਆਨੀਆਂ ਵਾਕ। ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਕਾਰਜ ਦੇ ਆਧਾਰ 'ਤੇ ਵੰਡ ਤੋਂ ਭਾਵ ਆ ਕਿ ਅਸੀਂ ਵਾਕਾਂ ਤੋਂ ਕਿਹੜਾ ਕਾਰਜ ਕਰਵਾਉਣੇ ਆ, ਕੀ ਕੰਮ ਲੈਂਦੇ ਹਾਂ ਵਾਕਾਂ ਤੋਂ। ਤਾਂ ਪਹਿਲਾਂ ਕੀ ਹੈ ਕਿ ਜਿਹੜੇ ਵਾਕਾਂ ਵਿੱਚ ਕਿਸੇ ਤੱਥ ਜਾਂ ਸੱਚਾਈ ਨੂੰ ਬਿਆਨ ਕੀਤਾ ਜਾਵੇ ਜਾਂ ਕਿਸੇ ਘਟਨਾ ਜਾਂ ਵਸਤੂ ਬਾਰੇ ਸਿਰਫ ਜਾਣਕਾਰੀ ਦਿੱਤੀ ਜਾਵੇ। ਜਿਹੜੇ ਵਾਕ ਅਸੀਂ ਕਿਸੇ ਘਟਨਾ ਨੂੰ ਬਿਆਨ ਕਰਨ ਲਈ, ਸੱਚਾਈ ਨੂੰ ਬਿਆਨ ਕਰਨ ਲਈ, ਕਿਸੇ ਤੱਥ ਨੂੰ ਬਿਆਨ ਕਰਨ ਲਈ, ਕਿਸੇ ਵਸਤੂ ਬਾਰੇ ਜਾਣਕਾਰੀ ਦੇਣ ਲਈ ਵਰਤਦੇ ਹਾਂ, ਉਹਨਾਂ ਵਾਕਾਂ ਨੂੰ ਬਿਆਨੀਆਂ ਵਾਕ ਕਹਿੰਦੇ ਹਾਂ। ਇਹ ਵਾਕ ਅੱਗੋਂ ਫਿਰ ਦੋ ਤਰ੍ਹਾਂ ਦੇ ਹੁੰਦੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ, ਹਾਂ ਵਾਚਕ ਅਤੇ ਨਾ ਵਾਚਕ।
ਦੋਵਾਂ 'ਚ ਫਰਕ ਕੀ ਆ? ਜਿਸ ਵਿੱਚ ਕਿਰਿਆ ਹਾਂ ਵਾਚਕ ਹੋਵੇ ਉਹ ਹਾਂ ਵਾਚਕ ਹੁੰਦਾ, ਅਤੇ ਜਿਸ ਵਿੱਚ ਕਿਰਿਆ ਨਾ ਵਾਚਕ ਹੋਵੇ ਉਹਨੂੰ ਨਾ ਵਾਚਕ ਕਹਿੰਦੇ ਆ। ਨਾ ਵਾਚਕ ਅਤੇ ਹਾਂ ਵਾਚਕ ਕਿਰਿਆ ਕੀ ਹੁੰਦੀ ਆ? ਦੇਖੋ ਆਪਾਂ ਅੱਗੇ ਇੱਕ ਉਦਾਹਰਣ ਲੈ ਕੇ ਸਮਝਦੇ ਹਾਂ। ਮੇਰੇ ਦਾਦੀ ਜੀ ਪੜ੍ਹੇ ਲਿਖੇ ਹਨ, ਇਹ ਬਿਆਨੀਆਂ ਵਾਕ ਆ, ਅਤੇ ਇਹਦੀ ਕਿਰਿਆ ਜਿਹੜੀ ਆ ਉਹ ਪੋਜ਼ੀਟਿਵ ਆ। ਪੜ੍ਹੇ ਲਿਖੇ ਹਨ, ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਪੋਜ਼ੀਟਿਵ ਅਤੇ ਨੈਗੇਟਿਵ ਵਾਕ ਕਹਿੰਦੇ ਆ। ਹੁਣ ਦਾਦੀ ਜੀ ਪੜ੍ਹੇ ਲਿਖੇ ਹਨ, ਇਸ ਕਿਰਿਆ ਨੂੰ ਅਸੀਂ ਨੈਗੇਟਿਵ ਵੀ ਕਰ ਸਕਦੇ ਹਾਂ, ਇਹਦਾ ਅਰਥ ਨਹੀਂ ਬਦਲਣਾ ਸੀ, ਪਰ ਫਿਰ ਵੀ ਅਸੀਂ ਇਸ ਕਿਰਿਆ ਨੂੰ ਨੈਗੇਟਿਵ ਕਰ ਸਕਦੇ ਹਾਂ। ਕਿਰਿਆ ਨੈਗੇਟਿਵ ਕਰ ਸਕਦੇ ਹਾਂ, ਅਰਥ ਵਾਕ ਦਾ ਉਹੀ ਰਹੂਗਾ ਜੋ ਹੈਗਾ। ਜਿਵੇਂ ਆਹ ਦੇਖੋ, ਮੇਰੇ ਦਾਦੀ ਜੀ ਅਨਪੜ੍ਹ ਨਹੀਂ ਹਨ ਵਿੱਚ ਨਹੀਂ ਆ ਗਿਆ ਤਾਂ ਕਿਰਿਆ ਕੀ ਹੋਊਗੀ? ਕਿਰਿਆ ਨੈਗੇਟਿਵ ਹੋਊਗੀ, ਨਾ ਵਾਚਕ ਹੋਊਗੀ, ਹੈ ਨਾ, ਨਾ ਵਾਚਕ। ਦੇਖੋ ਜਿੱਥੇ ਨਹੀਂ ਸ਼ਬਦ ਆ ਗਿਆ ਉਹ ਕਿਰਿਆ ਨਾ ਵਾਚਕ ਹੋਊਗੀ, ਪਰ ਫਰਕ ਕੀ ਹੈ ਕਿ ਦੇਖੋ ਅਰਥ ਨਹੀਂ ਬਦਲਣੇ, ਅਰਥ ਉਹੀ ਨੇ ਦੋਨੋਂ ਵਾਕਾਂ ਦੇ। ਤਾਂ ਇਸ ਤਰ੍ਹਾਂ ਕਿਰਿਆ ਹਾਂ ਵਾਚਕ ਵੀ ਹੋ ਜਾਂਦੀ ਹੈ, ਨਾ ਵਾਚਕ ਵੀ ਹੁੰਦੀ ਹੈ, ਇਸ ਕਰਕੇ ਬਿਆਨੀਆਂ ਵਾਕ ਦੋਨੋਂ ਤਰ੍ਹਾਂ ਦੇ ਹੁੰਦੇ ਆ ਨਾ। ਤਾਂ ਉਹ ਜਿਹੜੇ ਅਰਥ ਨਹੀਂ ਬਦਲਣ ਵਾਲੀ ਗੱਲ ਕਰ ਰਿਹਾ ਮੈਂ, ਅਸਲ ਵਿੱਚ ਇਹ ਵਾਕ ਵਟਾਂਦਰੇ ਦਾ ਹਿੱਸਾ ਹੈਗੀ ਇਹ ਗੱਲ, ਅਤੇ ਇਹ ਅਸੀਂ ਅੱਗੇ ਚੱਲ ਕੇ ਚੰਗੀ ਤਰ੍ਹਾਂ ਕਰਾਂਗੇ ਕਿ ਵਾਕ ਵਟਾਂਦਰੇ ਦੇ ਵਿੱਚ ਇਹ ਇੰਪੋਰਟੈਂਟ ਗੱਲ ਹੁੰਦੀ ਹੈ, ਇਹ ਮਹੱਤਵਪੂਰਨ ਗੱਲ ਹੁੰਦੀ ਹੈ ਕਿ ਅਸੀਂ ਵਾਕ ਦੀ ਸਟਰਕਚਰ ਵੀ ਬਦਲਣੀ ਆ, ਉਹਦੀ ਸੰਰਚਨਾ ਵੀ ਬਦਲਣੀ ਆ, ਉਹਦੀ ਬਣਤਰ ਵੀ ਬਦਲਣੀ ਆ, ਪਰ ਉਹਦਾ ਅਰਥ ਨਹੀਂ ਬਦਲਣ ਦੇਣਾ ਗਾ। ਇਹ ਆਪਾਂ ਅਗਲੇ ਲੈਕਚਰ ਦੇ ਵਿੱਚ, ਅਗਲੇ ਪਾਰਟ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਸਮਝਾਂਗੇ ਅਤੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੋ ਇਹ ਬੱਚੋ ਬਿਆਨੀਆਂ ਵਾਕ ਹੁੰਦਾ, ਜਿਹੜਾ ਅੱਗੋਂ ਫਿਰ ਦੋ ਤਰ੍ਹਾਂ ਦਾ ਹੁੰਦਾ, ਹਾਂ ਵਾਚਕ ਅਤੇ ਨਾ ਵਾਚਕ, ਜਿਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਦੂਸਰਾ ਹੁੰਦਾ ਪ੍ਰਸ਼ਨਵਾਚਕ ਵਾਕ। ਪ੍ਰਸ਼ਨਵਾਚਕ ਵਾਕ ਉਹ ਵਾਕ ਹੁੰਦੇ ਆ ਜਿਹੜੇ ਵਾਕਾਂ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਂਦਾ, ਜਿਹੜੇ ਵਾਕਾਂ ਤੋਂ ਅਸੀਂ ਕੋਈ ਪ੍ਰਸ਼ਨ ਪੁੱਛਣ ਦਾ ਕੰਮ ਲੈਂਦੇ ਹਾਂ, ਉਹ ਵਾਕ ਪ੍ਰਸ਼ਨਵਾਚਕ ਹੁੰਦੇ ਆ। ਜਿਵੇਂ ਇਹਨਾਂ ਵਾਕਾਂ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਲੱਗਿਆ ਹੁੰਦਾ, ਜਿਹਨੂੰ ਆਪ ਬੱਚੋ ਅਸੀਂ ਸ਼ੁੱਧ ਪੰਜਾਬੀ 'ਚ ਕੜਛੀ ਜੀ ਵੀ ਕਹਿ ਦਿੰਦੇ ਹਾਂ। ਜਿਵੇਂ ਉਹ ਕਿੱਥੇ ਜਾ ਰਹੇ ਹਨ, ਪ੍ਰਸ਼ਨ ਪੁੱਛਿਆ ਗਿਆ, ਆ ਮਗਰਲੇ ਪਾਸੇ ਪ੍ਰਸ਼ਨਵਾਚਕ ਚਿੰਨ੍ਹ ਲੱਗਿਆ ਹੋਇਆ, ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ, ਅਤੇ ਇਸ ਤਰ੍ਹਾਂ ਦੇ ਵਾਕਾਂ ਨੂੰ ਅਸੀਂ ਪ੍ਰਸ਼ਨਵਾਚਕ ਵਾਕ ਕਹਿੰਦੇ ਹਾਂ, ਹੈ ਨਾ। ਭਾਰਤ ਕਦੋਂ ਆਜ਼ਾਦ ਹੋਇਆ, ਇਹਦੇ ਮਗਰ ਕੁਐਸਚਨ ਮਾਰਕ ਲੱਗਿਆ ਹੋਇਆ, ਅਤੇ ਇਹਦੇ 'ਚ ਜਿਹੜਾ ਹੈਗਾ ਕੋਈ ਨਾ ਕੋਈ ਪ੍ਰਸ਼ਨ ਪੁੱਛਿਆ ਗਿਆ, ਤਾਂ ਇਸ ਵਾਕ ਨੂੰ ਅਸੀਂ ਪ੍ਰਸ਼ਨਵਾਚਕ ਵਾਕ ਕਹਿੰਦੇ ਹਾਂ। ਇਹ ਉਹਨਾਂ ਵਾਕਾਂ ਨਾਲੋਂ, ਬਣਤਰ ਦੇ ਆਧਾਰ 'ਤੇ ਵਾਕਾਂ ਨਾਲੋਂ ਇਹ ਵਾਕ ਥੋੜ੍ਹੇ ਜਿਹੇ ਸੌਖੇ ਨੇ ਸਮਝਣੇ। ਤੀਸਰੀ ਕਿਸਮ ਦੇ ਵਾਕ ਹੁੰਦੇ ਆ ਬੱਚੋ ਵਿਸਮੈਵਾਚਕ ਵਾਕ, ਜਿਹੜੇ ਵਾਕਾਂ ਵਿੱਚ ਮਨ ਦੀ ਖੁਸ਼ੀ, ਗਮੀ, ਹੈਰਾਨੀ ਪ੍ਰਗਟ ਕੀਤੀ ਜਾਵੇ। ਜਿਹੜੇ ਆਪਦੀ ਖੁਸ਼ੀ ਨੂੰ ਪ੍ਰਗਟ ਕਰਨ ਲਈ, ਦੁੱਖ ਨੂੰ ਪ੍ਰਗਟ ਕਰਨ ਲਈ, ਹੈਰਾਨੀ ਨੂੰ ਪ੍ਰਗਟ ਕਰਨ ਲਈ ਵਾਕ ਵਰਤੇ ਜਾਂਦੇ ਆ, ਉਹ ਵਿਸਮੈਵਾਚਕ ਵਾਕ ਹੁੰਦੇ ਆ। ਜਿਵੇਂ ਇਹਨਾਂ ਵਾਕਾਂ ਦੇ ਅੰਤ ਵਿੱਚ ਵਿਸਮਿਕ ਚਿੰਨ੍ਹ ਲੱਗਿਆ ਹੁੰਦਾ, ਜਿਹਨੂੰ ਅਸੀਂ ਇਸ ਤਰ੍ਹਾਂ ਲਾਉਣੇ ਆ, ਹੈ ਨਾ, ਇਸ ਤਰ੍ਹਾਂ ਲਕੀਰ ਜੀ ਲਾ ਕੇ ਅਤੇ ਥੱਲੇ ਉਹਦੇ ਡੰਡੀ ਜੀ ਦੇਖ ਲਿਓ। ਵਾਹ ਕਿੰਨਾ ਸੁੰਦਰ ਫੁੱਲ ਹੈ, ਇਹਦੇ ਵਿੱਚ ਕੀ ਚੀਜ਼ ਆ ਬੱਚਿਓ? ਇਹਦੇ 'ਚ ਹੈਰਾਨੀ ਆ, ਹੈਰਾਨੀ ਪ੍ਰਗਟ ਕੀਤੀ ਗਈ, ਅਤੇ ਆਹ ਮਗਰਲੇ ਪਾਸੇ ਜਿਹੜਾ ਹੈਗਾ ਵਿਸਮਿਕ ਚਿੰਨ੍ਹ ਲੱਗਿਆ ਹੋਇਆ ਇਹਦੇ। ਇਹ ਵਿਸਮਿਕ ਚਿੰਨ੍ਹ ਇਸ ਗੱਲ ਨੂੰ ਦਰਸਾਉਂਦਾ ਕਿ ਇਸ ਵਾਕ ਦੀ ਸੈਂਸ ਕੀ ਆ। ਵਾਕ ਦੀ ਸੈਂਸ ਕੀ ਆ ਕਿ ਵਾਹ ਕਿੰਨਾ ਸੁੰਦਰ ਫੁੱਲ ਹੈ, ਭਾਵ ਮੈਂ ਹੈਰਾਨ ਹੋ ਕੇ ਬੋਲ ਰਿਹਾ ਹਾਂ, ਹੈਰਾਨੀ ਪ੍ਰਗਟ ਕਰ ਰਿਹਾ ਹਾਂ। ਇੱਕ ਹੋਰ ਵਾਕ ਦੇਖਦੇ ਹਾਂ, ਕਾਸ਼ ਮੈਂ ਡਾਕਟਰ ਹੁੰਦਾ। ਇਹਦੇ ਵਿੱਚ ਕੀ ਹੈ ਬੱਚਿਓ? ਗਮੀ, ਦੁੱਖ, ਦੁੱਖ ਆ ਮੈਨੂੰ ਇਸ ਗੱਲ ਦਾ। ਆਹ ਜਿਹੜਾ ਵਿਸਮਿਕ ਚਿੰਨ੍ਹ ਹੈ, ਇਹ ਕਾਸ਼ ਸ਼ਬਦ ਜਿਹੜਾ ਇਹਦੇ ਵਿੱਚ ਲੱਗ ਗਿਆ ਅਤੇ ਵਿਸਮਿਕ ਚਿੰਨ੍ਹ ਲੱਗ ਗਿਆ, ਇਹ ਇਸ ਗੱਲ ਨੂੰ ਪ੍ਰਗਟ ਕਰਦਾ ਕਿ ਮੈਂ ਦੁਖੀ ਹਾਂ, ਅਤੇ ਇਸ ਵਾਕ ਨੂੰ ਬੋਲਿਆ ਵੀ ਇਸੇ ਸੈਂਸ ਦੇ ਵਿੱਚ ਜਾਊਗਾ ਕਿ ਕਾਸ਼ ਮੈਂ ਡਾਕਟਰ ਹੁੰਦਾ, ਦੁੱਖ ਹੈ ਮੈਨੂੰ। ਸੋ ਇਹ ਇਸ ਤਰ੍ਹਾਂ ਜਿਹੜੇ ਇਸ ਤਰ੍ਹਾਂ ਦੇ ਵਾਕ ਹੁੰਦੇ ਜਿਨ੍ਹਾਂ ਵਿੱਚ ਕੋਈ ਖੁਸ਼ੀ, ਗਮੀ, ਹੈਰਾਨੀ, ਦੁੱਖ ਪ੍ਰਗਟ ਕੀਤਾ ਜਾਂਦਾ, ਉਹ ਵਿਸਮੈਵਾਚਕ ਵਾਕ ਹੁੰਦੇ ਆ। ਅਗਲੀ ਕਿਸਮ ਦੇ ਵਾਕ ਆ ਵੀ ਆਗਿਆਵਾਚਕ ਵਾਕ। ਆਗਿਆਵਾਚਕ ਵਾਕ ਉਹ ਵਾਕ ਹੁੰਦੇ ਆ ਜਿਨ੍ਹਾਂ ਵਿੱਚ ਕੋਈ ਆਗਿਆ ਦਿੱਤੀ ਗਈ ਹੋਵੇ ਜਾਂ ਹੁਕਮ ਦਿੱਤਾ ਗਿਆ ਹੋਵੇ। ਜਿਵੇਂ ਅਜਿਹੇ ਵਾਕਾਂ ਵਿੱਚ ਆਮ ਤੌਰ 'ਤੇ ਕਰਤਾ ਦੀ ਅਣਹੋਂਦ ਹੁੰਦੀ ਹੈ, ਇਹਦੇ 'ਚ ਕਰਤਾ ਕੋਈ ਨਹੀਂ ਹੁੰਦਾ ਆਮ ਤੌਰ 'ਤੇ। ਜਿਵੇਂ ਮੈਂ ਕਹਿੰਦਾ ਵੀ ਚਾਹ ਲਿਆਓ, ਰੋਟੀ ਫੜਾਓ, ਉਰੇ ਆਓ, ਪਰੇ ਜਾਓ, ਬਹਿ ਜਾਓ, ਖੜ੍ਹੇ ਹੋ ਜਾਓ, ਹੈ ਨਾ, ਕਲਾਸ ਵਿੱਚ ਚਲੋ, ਹੈ ਨਾ, ਇੱਦਾਂ ਦੀਆਂ ਗੱਲਾਂ, ਕਿਤਾਬਾਂ ਕੱਢੋ। ਇਹ ਸਾਰੇ ਜਿਹੜੇ ਵਾਕ ਆ ਇਹ ਆਗਿਆਵਾਚਕ ਵਾਕ ਆ, ਜਿਨ੍ਹਾਂ ਦੇ ਵਿੱਚ ਜਾਂ ਤਾਂ ਕੋਈ ਹੁਕਮ ਦਿੱਤਾ ਜਾਂਦਾ ਜਾਂ ਆਗਿਆ ਦਿੱਤੀ ਜਾਂਦੀ। ਜਿਵੇਂ ਆਓ ਸਕੂਲ ਦਾ ਕੰਮ ਕਰੀਏ, ਹੈ ਨਾ, ਇਸੇ ਤਰ੍ਹਾਂ ਹੀ ਚਾਹ ਲਿਆਓ,
ਇਹਦੇ ਵਿੱਚ ਜਾਂ ਤਾਂ ਕੋਈ ਆਗਿਆ ਦਿੱਤੀ ਗਈ ਹੈ ਜਾਂ ਕੋਈ ਹੁਕਮ ਦਿੱਤਾ ਗਿਆ, ਇਹਨਾਂ ਨੂੰ ਅਸੀਂ ਆਗਿਆਵਾਚਕ ਵਾਕ ਕਹਿੰਦੇ ਹਾਂ। ਅਗਲੀ ਕਿਸਮ ਦੇ ਵਾਕ ਆ ਸਾਡੇ ਕੋਲ ਇੱਛਾਵਾਚਕ ਵਾਕ। ਇੱਛਾਵਾਚਕ ਵਾਕ ਕਿਹੜੇ ਹੁੰਦੇ ਆ? ਜਿਨ੍ਹਾਂ ਦੇ ਵਿੱਚ ਕੋਈ ਸ਼ੁਭ ਇੱਛਾ ਜਾਂ ਅਸੀਸ ਪ੍ਰਗਟ ਕੀਤੀ ਜਾਵੇ, ਉਹਨਾਂ ਵਾਕਾਂ ਨੂੰ ਅਸੀਂ ਇੱਛਾਵਾਚਕ ਵਾਕ ਕਹਿੰਦੇ ਹਾਂ। ਕਿਸੇ ਲਈ ਸ਼ੁਭ ਇੱਛਾ ਜਾਂ ਅਸੀਸ ਪ੍ਰਗਟ ਕੀਤੀ ਜਾਵੇ, ਉਹ ਇੱਛਾਵਾਚਕ ਵਾਕ ਹੁੰਦੇ ਆ। ਜਿਵੇਂ ਤੂੰ ਸਦਾ ਸੁਖੀ ਰਹੇ, ਤੈਨੂੰ ਤੱਤੀ ਵਾਹ ਨਾ ਲੱਗੇ, ਇਹ ਅਸੀਸਾਂ ਦਿੱਤੀਆਂ ਗਈਆਂ, ਕਿਸੇ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ ਹੈ। ਇਸ ਕਰਕੇ ਇਸ ਵਾਕ ਨੂੰ ਅਸੀਂ ਇੱਛਾਵਾਚਕ ਵਾਕ ਕਹਾਂਗੇ। ਤੋ ਪਿਆਰੇ ਬੱਚਿਓ, ਅਸੀਂ ਸਾਰੀ ਤਰ੍ਹਾਂ ਦੇ ਵਾਕ ਆ ਜਿਹੜੇ ਉਹ ਕਰ ਲਏ ਆ, ਅਤੇ ਹੁਣ ਅਸੀਂ ਦੇਖਦੇ ਹਾਂ ਕਿ ਇਹਨਾਂ ਨੂੰ ਸਮਝਣ ਵਾਸਤੇ ਇੱਕ ਹੋਰ ਆਸਾਨ ਤਰੀਕਾ ਕੀ ਆ, ਕਿ ਇਹ ਅਸੀਂ 2 ਚਾਰਟ ਆ ਜਿਹੜੇ ਉਹ ਡਿਜ਼ਾਈਨ ਕੀਤੇ ਹੋਏ ਆ, ਜਿਹੜੇ ਤੁਸੀਂ ਆਪਣੀ ਜਮਾਤ ਕਮਰੇ ਦੇ ਵਿੱਚ ਲਗਾ ਸਕਦੇ ਹੋ। ਜਮਾਤ ਕਮਰੇ ਦੇ ਵਿੱਚ ਲਗਾਓ ਇਹਨਾਂ ਨੂੰ। ਦੇਖੋ, ਪਹਿਲਾ ਜਿਹੜਾ ਚਾਰਟ ਆ ਉਹ ਹੈ ਬਣਤਰ ਦੇ ਆਧਾਰ 'ਤੇ ਵਾਕ ਦੀਆਂ ਕੀ ਕਿਸਮਾਂ। ਆਪਾਂ ਪੜ੍ਹੀਆਂ ਸੀ 3 ਕਿਸਮਾਂ, ਸਧਾਰਨ, ਸੰਯੁਕਤ, ਮਿਸ਼ਰਤ। ਫਿਰ ਉਹਦੀ ਕੀ ਪਰਿਭਾਸ਼ਾ ਸੀ, ਫਿਰ ਸੰਯੁਕਤ ਵਾਕ ਦੀ ਕੀ ਪਰਿਭਾਸ਼ਾ ਸੀ, ਫਿਰ ਮਿਸ਼ਰਤ ਵਾਕ ਦੀ ਕੀ ਪਰਿਭਾਸ਼ਾ ਸੀ, ਫਿਰ ਉਹਨਾਂ ਦੀਆਂ ਉਦਾਹਰਣਾਂ ਕੀ ਸੀਗੀਆਂ, ਇਹਦੀ ਉਦਾਹਰਣ ਕੀ ਸੀ ਅਤੇ ਇਹਦੀ ਕੀ ਸੀ। ਇਹ ਦੋਨੋਂ ਇਸ ਚਾਰਟ ਨੂੰ ਅਸੀਂ ਆਪਣੇ ਜਮਾਤ ਵਾਲੇ ਕਮਰੇ ਦੇ ਵਿੱਚ ਬਣਾ ਕੇ, ਕਿਸੇ ਚਾਰਟ ਦੇ ਉੱਪਰ ਬਣਾ ਕੇ, ਕਿਸੇ ਫਲੈਕਸ ਦੇ ਉੱਪਰ ਬਣਵਾ ਕੇ ਆਪਣੇ ਜਮਾਤ ਕਮਰੇ ਦੇ ਵਿੱਚ ਲਗਾ ਸਕਦੇ ਹਾਂ, ਜਾਂ ਆਪਣੇ ਘਰ ਦੇ ਵਿੱਚ ਲਗਾ ਸਕਦੇ ਹਾਂ। ਜੇ ਇਹਨਾਂ ਦਿਨਾਂ 'ਚ ਅਸੀਂ ਨਹੀਂ ਸਕੂਲ ਜਾ ਰਹੇ ਤਾਂ ਜਿੱਥੇ ਵੀ ਸਾਨੂੰ ਕੰਫਰਟੇਬਲ ਲੱਗਦਾ, ਜਿੱਥੇ ਵੀ ਸਾਨੂੰ ਠੀਕ ਲੱਗਦਾ, ਅਸੀਂ ਇਹਨੂੰ ਲਗਾ ਸਕਦੇ ਹਾਂ। ਅਤੇ ਵਾਰ-ਵਾਰ ਜਦੋਂ ਅਸੀਂ ਇਹਨੂੰ ਦੇਖਾਂਗੇ ਤਾਂ ਸਾਨੂੰ ਜਿਹੜਾ ਹੈਗਾ ਇਹਨੂੰ ਸਮਝਣ ਦੇ ਵਿੱਚ ਆਸਾਨੀ ਹੋਊਗੀ। ਇਸੇ ਤਰ੍ਹਾਂ ਹੀ ਬੱਚਿਓ, ਸਾਡੇ ਕੋਲ ਦੂਸਰਾ ਚਾਰਟ ਵੀ ਅਸੀਂ ਇੱਦਾਂ ਹੀ ਡਿਜ਼ਾਈਨ ਕਰ ਸਕਦੇ ਹਾਂ, ਜਿਹੜਾ ਕਾਰਜ ਦੇ ਆਧਾਰ 'ਤੇ ਆ। ਦੇਖੋ, ਇਹਦੇ ਵਿੱਚ ਵੀ ਅਸੀਂ ਪੜ੍ਹਿਆ ਸੀ ਵੀ ਬਿਆਨੀਆ ਵਾਕ ਹੁੰਦਾ ਪਹਿਲਾ, ਅਗਾਂਹ ਅੱਗੋਂ 2 ਤਰ੍ਹਾਂ ਦੇ ਹੁੰਦੇ ਆ, ਹਾਂ-ਵਾਚਕ, ਨਾ-ਵਾਚਕ, ਫਿਰ ਪ੍ਰਸ਼ਨਵਾਚਕ ਹੁੰਦੇ ਆ, ਫਿਰ ਵਿਸਮੈਵਾਚਕ ਹੁੰਦੇ ਆ, ਫਿਰ ਆਗਿਆਵਾਚਕ ਹੁੰਦੇ ਆ, ਫਿਰ ਇੱਛਾਵਾਚਕ ਹੁੰਦੇ ਆ, ਫਿਰ ਅਗਾਂਹ ਹਾਂ-ਵਾਚਕ, ਨਾ-ਵਾਚਕ ਕੀ ਹੁੰਦੇ ਆ, ਇਹਨਾਂ ਦੀ ਕੀ ਉਦਾਹਰਣ ਹੁੰਦੀ ਆ, ਪ੍ਰਸ਼ਨਵਾਚਕ ਕੀ ਹੁੰਦੇ ਆ, ਵਿਸਮੈਵਾਚਕ ਕੀ ਹੁੰਦੇ ਆ, ਆਗਿਆਵਾਚਕ ਕੀ ਹੁੰਦੇ ਆ, ਇੱਛਾਵਾਚਕ ਕੀ ਹੁੰਦੇ ਆ। ਅੱਗੇ ਇਹਨਾਂ ਦੀਆਂ ਅਸੀਂ ਉਦਾਹਰਣਾਂ ਉਹੀ ਜਿਹੜੀਆਂ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ, ਜਿੱਦਾਂ ਹੈ ਨਾ, ਬਿਆਨੀਆ ਵਾਕ ਦੀ ਅਸੀਂ ਪੜ੍ਹੀ ਸੀ ਕਿ ਮੇਰੇ ਦਾਦੀ ਜੀ ਪੜ੍ਹੇ ਲਿਖੇ ਹਨ, ਇਹ ਹਾਂ-ਵਾਚਕ ਹੋ ਗਿਆ। ਮੇਰੇ ਦਾਦੀ ਜੀ ਅਨਪੜ੍ਹ ਨਹੀਂ ਹਨ, ਇਹ ਨਾ-ਵਾਚਕ ਹੋ ਗਿਆ ਨਾ। ਇਸੇ ਤਰ੍ਹਾਂ ਹੀ ਪ੍ਰਸ਼ਨਵਾਚਕ ਦੀਆਂ ਉਦਾਹਰਣਾਂ, ਇਸੇ ਤਰ੍ਹਾਂ ਹੀ ਜਿਹੜਾ ਹੈਗਾ ਵਿਸਮੈਵਾਚਕ ਦੀਆਂ ਉਦਾਹਰਣਾਂ, ਆਗਿਆਵਾਚਕ ਦੀਆਂ ਉਦਾਹਰਣਾਂ ਅਤੇ ਇੱਛਾਵਾਚਕ ਦੀਆਂ ਉਦਾਹਰਣਾਂ। ਇਹ ਵੀ ਇੱਕ ਚਾਰਟ ਆ ਜਿਹੜਾ ਉਹ ਤੁਸੀਂ ਡਿਜ਼ਾਈਨ ਕਰਕੇ ਬਣਾ ਕੇ ਆਪਣੇ ਜਮਾਤ ਕਮਰੇ ਦੇ ਵਿੱਚ ਜਾਂ ਜਿੱਥੇ ਵੀ ਤੁਹਾਨੂੰ ਠੀਕ ਲੱਗਦਾ ਉਹ ਲਗਾ ਸਕਦੇ ਹੋ। ਇਹਨਾਂ ਦੋਨਾਂ ਚਾਰਟਾਂ ਦੇ ਆਧਾਰ 'ਤੇ ਤੁਸੀਂ ਜਿਹੜਾ ਹੈਗਾ ਸਾਰੇ ਵਾਕਾਂ ਨੂੰ ਬੜੀ ਆਸਾਨੀ ਨਾਲ ਸਮਝ ਸਕਦੇ ਹਾਂ। ਤਾਂ ਇੰਨੀ ਕੁ ਗੱਲ ਅਸੀਂ ਅੱਜ ਦੇ ਇਸ ਲੈਕਚਰ ਦੇ ਦੌਰਾਨ ਪਿਆਰੇ ਵਿਦਿਆਰਥੀਓ ਕਰਨੀ ਸੀ। ਅਤੇ ਇੱਕ ਵਾਰ ਮੈਂ ਫਿਰ ਸਾਰੀਆਂ ਗੱਲਾਂ ਦੁਹਰਾ ਦਿੰਦਾ ਕਿ ਅਸੀਂ ਅੱਜ ਪੜ੍ਹਿਆ ਹੈ ਕਿ ਵਾਕ ਕੀ ਹੁੰਦਾ, ਵਾਕ ਕਿੰਨੀ ਤਰ੍ਹਾਂ ਦੇ ਹੁੰਦੇ ਆ, ਵਾਕ ਦੀ ਵੰਡ ਕਿਵੇਂ ਕੀਤੀ ਜਾਂਦੀ। ਵਾਕ ਦੀ ਵੰਡ 2 ਤਰ੍ਹਾਂ ਨਾਲ ਕੀਤੀ ਜਾਂਦੀ ਹੈ, ਬਣਤਰ ਦੇ ਆਧਾਰ 'ਤੇ, ਕਾਰਜ ਦੇ ਆਧਾਰ 'ਤੇ। ਫਿਰ ਅਸੀਂ ਇਹ ਸਮਝਿਆ ਕਿ ਬਣਤਰ ਦੇ ਆਧਾਰ 'ਤੇ ਕਿੰਨੀ ਤਰ੍ਹਾਂ ਦੇ ਵਾਕ ਹੁੰਦੇ ਆ, ਕਾਰਜ ਦੇ ਆਧਾਰ 'ਤੇ ਕਿੰਨੀ ਤਰ੍ਹਾਂ ਦੇ ਵਾਕ ਹੁੰਦੇ ਆ। ਅਤੇ ਇਹ ਅਸੀਂ ਮੋਟੀਆਂ-ਮੋਟੀਆਂ ਕੁਝ ਗੱਲਾਂ ਅੱਜ ਦੇ ਇਸ ਲੈਕਚਰ ਦੇ ਦੌਰਾਨ ਸਮਝੀਆਂ ਨੇ। ਤਾਂ ਅਗਲੇ ਲੈਕਚਰ ਦੇ ਵਿੱਚ ਆਪਾਂ ਬੱਚਿਓ ਵਾਕ ਵਟਾਂਦਰੇ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਦੋਂ ਸਾਨੂੰ ਵਾਕਾਂ ਦੀਆਂ ਕਿਸਮਾਂ ਸਮਝ ਲੱਗ ਗਈਆਂ ਅਤੇ ਫਿਰ ਅਸੀਂ ਇਹਨੂੰ ਇੱਕ ਵਾਕ ਨੂੰ ਦੂਜੇ ਵਾਕ ਦੀ ਫਾਰਮ ਦੇ ਵਿੱਚ, ਦੂਜੇ ਵਾਕ ਦੇ ਫਾਰਮੈਟ ਦੇ ਵਿੱਚ ਕਿਵੇਂ ਤਬਦੀਲ ਕਰਨਾ, ਉਹ ਅਸੀਂ ਅਗਲੇ ਲੈਕਚਰ ਦੇ ਵਿੱਚ ਪੜ੍ਹਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।